श्री वाहिगुरु साहिब जी वंदना। श्री नानक पद पंकज बंदन, पंकज बंदन। सिमरो अंगद तोख निकंदन। अमरदास गुर हृदय ते आवो, हृदय ते आवो। श्री गुरु रामदास गुण गावो। श्री अर्जन विघ्नन के नाशक, विघ्नन के नाशक। हर गोबिंद शुभ समत प्रकाशक। श्री हर राय नमो कर जोड़ी, नमो कर जोड़ी। गुर हर कृष्ण मनाए बहोरी। तेग बहादुर परम कृपाला जी, परम कृपाला। श्री गुरु गोबिंद सिंह बिसाला। तरों तरा पर पुन पुन सीसा, पुन पुन सीसा। बंदों बार बार जगदीसा। तरों तरा पर पुन पुन सीसा, पुन पुन सीसा। बंदों बार बार जगदीसा। दोहरा। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। जुग जुग अटल धन धन श्री गुरु ग्रंथ साहिब महाराज जी अपार बख्शी सदका पातशाह जी ने मेहरमत की है, जो सानू नानक प्रकाश के अंदर गुरु महिमा नू श्रवण करन दा जो अवसर बनाया है। आपां कोशिश करांगे कि आउण वाले दिनां दे विच गुरु नानक महाराज जी दे जीवन इतिहास नू, जीवन महिमा नू नानक प्रकाश के रैफरेंस के नाल समझण की कोशिश करांगे कि भाई साहब भाई संतोख सिंह जी चूड़ामणी के द्वारा गुरु नानक महाराज जी के जीवन के बारे जो कथा कहानियाँ गुर इतिहास लिखा गया है उसनों विचारन समझण की कोशिश करांगे। क्योंकि जदों असी गुर इतिहास नूं विचारते हाँ, गुर इतिहास दियाँ गुरु दियाँ बातां पाउने हाँ, तां सानू बहुत सारियां गल्लां दा पता चलता है। गुरु दे जीवन दे बारे पता चलता है कि गुरु महाराज जी दा जीवन किस तरह दा सी। उन्हां ने अपने सिखां नूं किस तरह गुरु दी सिक्खी बख्शी, परमात्मा दे नाम वाले पासे तोरिया ते परमात्मा दे नाम वाले पासे तोर के फिर उन्हां गुरसिखां दा जीवन जाच की सी। ये सारियां गल्लां दा पता सानू गुर इतिहास तो चलता है। इस करके अगले आने वाले 15-20 दिन जां 1 महीना पूरा आपां गुरु नानक महाराज जी के जीवन इतिहास नूं, जीवन साखियां नूं गुरु प्रताप सूरज ग्रंथ के पहले भाग भाव श्री नानक प्रकाश के द्वारा समझण की कोशिश करांगे। ते इस ग्रंथ नूं लिखण तो पहला जो एक वार्तालाप भाई बाले जी ते गुरु अंगद महाराज जी दे विच हुंदी है, और तो ये सारी कथा शुरू हुंदी है। गुरु नानक प्रकाश दा अध्याय दूजे दे विच ये गल्लां लिखियां हन कि किस तरह
ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਰਹਿ ਰਹੇ ਸਨ ਤਾਂ ਇੱਕ ਦਿਨ ਕੀ ਹੋਇਆ ਕਿ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਕਿਉਂ ਨਾ ਕਿਸੇ ਅਜਿਹੇ ਗੁਰਸਿੱਖ ਦੀ ਭਾਲ ਕੀਤੀ ਜਾਵੇ, ਅਜਿਹੇ ਗੁਰੂ ਦੇ ਪਿਆਰੇ ਦੀ ਭਾਲ ਕੀਤੀ ਜਾਵੇ ਜਿਹੜਾ ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਤੋਂ ਜਾਣੂ ਹੈ। ਤੇ ਜਿਹੜਾ ਗੁਰੂ ਨਾਨਕ ਮਹਾਰਾਜ ਦੇ ਜੀਵਨ ਤੋਂ ਜਾਣੂ ਹੋਵੇਗਾ ਉਸ ਨੂੰ ਕੋਲ ਬਿਠਾ ਕੇ ਗੁਰੂ ਦੀਆਂ ਗੱਲਾਂ, ਗੁਰੂ ਦੀਆਂ ਸਾਖੀਆਂ, ਗੁਰੂ ਦੀਆਂ ਕਹਾਣੀਆਂ ਸੁਣਾਂਗੇ ਤੇ ਜਦੋਂ ਗੁਰੂ ਕਹਾਣੀਆਂ ਨੂੰ ਸੁਣਾਂਗੇ ਤਾਂ ਸਾਡੇ ਜੀਵਨ ਵਿੱਚ ਪਰਿਵਰਤਨ ਆਏਗਾ। ਕਿਉਂਕਿ ਗੁਰੂ ਅੰਗਦ ਮਹਾਰਾਜ ਜੀ ਤਾਂ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ। ਔਰ ਉਹਨਾਂ ਦੇ ਜੀਵਨ ਦੀ ਇਹ ਘਟਨਾ ਬੜੀ ਪ੍ਰਸਿੱਧ ਹੈ ਕਿ ਜਦੋਂ ਗੁਰੂ ਅੰਗਦ ਮਹਾਰਾਜ ਜੀ ਕਰਤਾਰਪੁਰ ਦੀ ਧਰਤੀ ਨੂੰ ਛੱਡ ਕੇ ਸ਼੍ਰੀ ਖਡੂਰ ਸਾਹਿਬ ਦੀ ਧਰਤੀ 'ਤੇ ਆਏ ਤਾਂ ਕਈ ਦਿਨ ਤਾਂ ਉਹਨਾਂ ਨੇ ਸੰਗਤਾਂ ਨੂੰ ਆਪਣਾ ਚਿਹਰਾ ਹੀ ਨਹੀਂ ਦਿਖਾਇਆ, ਕਿਉਂਕਿ ਇੰਨਾ ਜ਼ਿਆਦਾ ਵਿਰਾਗ ਉਹਨਾਂ ਦੇ ਅੰਦਰ ਸੀ, ਗੁਰੂ ਦੇ ਚਰਨਾਂ ਨਾਲ ਪਿਆਰ ਸੀ ਕਿ ਗੁਰੂ ਨਾਨਕ ਮਹਾਰਾਜ ਤੋਂ ਬਿਨਾਂ ਰਹਿ ਨਹੀਂ ਸਕਦੇ ਸਨ। ਇਸ ਕਰਕੇ ਉਹਨਾਂ ਨੇ ਪ੍ਰਣ ਕੀਤਾ, ਮਹਾਰਾਜ ਨੇ ਆਪਣੇ ਮਨ ਦੇ ਅੰਦਰ ਵਿਚਾਰ ਬਣਾਈ, ਫੁਰਨਾ ਆਇਆ ਕਿ ਕਿਉਂ ਨਾ ਕਿਸੇ ਗੁਰੂ ਦੇ ਪਿਆਰ ਵਾਲੇ ਕੋਲੋਂ, ਗੁਰੂ ਦੇ ਇਤਿਹਾਸ ਜਾਣਨ ਵਾਲੇ ਕੋਲੋਂ ਗੁਰੂ ਦੇ ਇਤਿਹਾਸ ਨੂੰ ਜਾਣਿਆ ਜਾਵੇ। ਤੇ ਜਦੋਂ ਗੁਰੂ ਦੇ ਇਤਿਹਾਸ ਨੂੰ ਸ਼ਰਵਣ ਕਰਾਂਗੇ, ਉਹਨਾਂ ਦੇ ਜੀਵਨ ਦੀਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਤੋਂ ਅਸੀਂ ਜਾਣੂ ਹੋਵਾਂਗੇ ਤਾਂ ਪਤਾ ਚਲੇਗਾ ਕਿ ਗੁਰੂ ਨਾਨਕ ਮਹਾਰਾਜ ਜੀ ਨੇ ਜੀਵਨ ਦੇ ਵਿੱਚ ਸਾਨੂੰ ਕੀ ਸਿੱਖਿਆਵਾਂ ਮਿਲਦੀਆਂ ਹਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੌਪਈ ਵਿੱਚ ਲਿਖਦੇ ਹਨ, ਮੋਰ ਮਨੋਰਥ ਭਇਓ ਜਹਾਜੂ, ਸਿੰਧ ਜੇ ਬਿਗਨ ਥਾ ਸਮਾਜੂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਮੇਰੇ ਮਨ ਵਿੱਚ ਵੀ ਇਹ ਵਿਚਾਰ ਆਇਆ, ਇਹ ਵਿਚਾਰ ਜਿਹੜਾ ਸੀ ਇੱਕ ਜਹਾਜ਼ ਦੀ ਤਰ੍ਹਾਂ, ਜਿਸ ਤਰ੍ਹਾਂ ਕਿ ਸਮੁੰਦਰੀ ਜਹਾਜ਼ ਬਹੁਤ ਵੱਡਾ ਹੁੰਦਾ ਹੈ ਤੇ ਉਸ ਵਿੱਚ ਕਈ ਵਸਤਾਂ ਜਿਹੜੀਆਂ ਹਨ ਉਹ ਸਮਾ ਜਾਂਦੀਆਂ ਹਨ। ਕਹਿੰਦੇ ਇਸੇ ਤਰ੍ਹਾਂ ਜਿਵੇਂ ਕੋਈ ਜਹਾਜ਼ ਵੱਡੇ ਸਾਰੇ ਸਮਾਨ ਦੇ ਨਾਲ ਭਰ ਦਿੱਤਾ ਜਾਂਦਾ ਹੈ, ਮੇਰਾ ਮਨ ਵੀ ਉਸ ਜਹਾਜ਼ ਦੀ ਤਰ੍ਹਾਂ ਇਸ ਵਿਚਾਰ ਨਾਲ ਭਰ ਗਿਆ ਕਿ ਮੈਂ ਗੁਰੂ ਇਤਿਹਾਸ ਨੂੰ ਲਿਖਾਂ। ਕਿਉਂਕਿ ਗੁਰੂ ਅੰਗਦ ਮਹਾਰਾਜ ਜੀ ਤੋਂ ਬਾਅਦ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸਾਰਾ ਇਤਿਹਾਸ ਇੱਕ ਵੱਡੇ ਗ੍ਰੰਥ ਦੇ ਵਿੱਚ ਸੰਪਾਦਨ ਕੀਤਾ ਹੈ। ਉਹਨਾਂ ਨੇ ਕਾਵਿ ਰੂਪ ਦੇ ਵਿੱਚ ਜਿਹੜੀਆਂ ਗੱਲਾਂ ਰਚੀਆਂ ਉਹਨਾਂ ਨੂੰ ਪਹਿਲਾਂ ਗੁਰੂ ਨਾਨਕ ਪ੍ਰਕਾਸ਼ ਵਿੱਚ ਦਰਜ ਕੀਤਾ, ਫਿਰ ਉਸ ਤੋਂ ਬਾਅਦ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਦਰਜ ਕੀਤਾ। ਭਾਸ਼ਾ ਵਿਭਾਗ ਪਟਿਆਲਾ ਵੱਲੋਂ ਇਸ ਨੂੰ 14 ਪੋਥੀਆਂ ਦੇ ਵਿੱਚ ਛਾਪਿਆ ਗਿਆ। ਐਡਾ ਵੱਡਾ ਗ੍ਰੰਥ ਹੈ ਔਰ ਮੌਜੂਦਾ ਸਮੇਂ ਵਿੱਚ SGPC ਦੇ ਦੁਆਰਾ ਇਸ ਦੀਆਂ ਕੋਈ 30 ਤੋਂ ਵੱਧ ਹੀ ਕੁਛ ਪੋਥੀਆਂ ਹਨ ਜਿਹੜੀਆਂ ਅਰਥਾਂ ਸਮੇਤ ਛਾਪੀਆਂ ਗਈਆਂ ਹਨ। ਹੋਰ ਵੀ ਕਈਆਂ ਸਿੰਘਾਂ ਨੇ ਉਪਰਾਲਾ ਕੀਤਾ ਹੈ ਗੁਰਪ੍ਰਤਾਪ ਦੇ ਅਰਥਾਂ ਨੂੰ ਸਮਝਣ ਦੇ ਵਿੱਚ, ਸਹਾਇਕ ਹੋਣ ਦੇ ਵਿੱਚ। ਇਸ ਤਰ੍ਹਾਂ ਐਡਾ ਵਿਸ਼ਾਲ ਗ੍ਰੰਥ ਰਚਣ ਦਾ ਕਹਿੰਦੇ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਜਹਾਜ਼ ਵਿੱਚ ਮਾਲ ਭਰਿਆ ਜਾਂਦਾ, ਉਸੇ ਤਰ੍ਹਾਂ ਮੇਰੇ ਮਨ 'ਚ ਵਿਚਾਰ ਪੈਦਾ ਹੋ ਗਿਆ, ਸਿੰਧ ਜੇ ਬਿਗਨ ਥਾ ਸਮਾਜੂ। ਕਹਿੰਦੇ ਜਿਸ ਤਰ੍ਹਾਂ ਕੋਈ ਜਹਾਜ਼ ਸਮੁੰਦਰ ਵਿੱਚ ਜਾਂਦਾ ਹੈ, ਇਸੇ ਤਰ੍ਹਾਂ ਸਿੰਧ ਦੇ ਵਿੱਚ, ਇਸ ਸਮੁੰਦਰ ਦੇ ਵਿੱਚ ਜਿਹੜਾ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਹੈ ਕਿ ਮੈਂ ਗ੍ਰੰਥ ਰਚਾਂ, ਕਹਿੰਦੇ ਇਹਦੇ ਵਿੱਚ ਇਸ ਅਥਾਹ ਸਮੁੰਦਰ ਵਿੱਚ ਕਈ ਤਰ੍ਹਾਂ ਦੇ ਵਿਘਨ ਹਨ। ਇਹ ਗ੍ਰੰਥ ਰਚਨਾ, ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਰਚਨਾ ਕੋਈ ਆਸਾਨ ਖੇਡ ਨਹੀਂ ਹੈਗੀ। 10 ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ ਨੂੰ ਲਿਖ ਦੇਣਾ ਕੋਈ ਆਸਾਨ ਖੇਡ ਨਹੀਂ ਹੈ। ਕਹਿੰਦੇ ਬਹੁਤ ਵੱਡਾ, ਮਤਲਬ ਜਿਸ ਤਰ੍ਹਾਂ ਸਮੁੰਦਰ ਵਿੱਚ ਕਈ ਸੰਕਟ ਹੁੰਦੇ ਹਨ, ਕਈ ਕਸ਼ਟ ਹੁੰਦੇ ਹਨ, ਉਸੇ ਤਰ੍ਹਾਂ ਦੇ ਕਸ਼ਟ, ਉਸੇ ਤਰ੍ਹਾਂ ਦੀਆਂ ਸਮੱਸਿਆਵਾਂ ਇਸ ਗ੍ਰੰਥ ਨੂੰ ਰਚਣ ਵਿੱਚ ਹਨ। ਕਰਨ ਧਾਰ ਕਰਿ ਗੁਰ ਕਰਨਾ। ਕਹਿੰਦੇ ਗੁਰੂ ਜਿਹੜਾ ਹੈ ਕਰਨ ਧਾਰ, ਕਿਰਪਾ ਧਾਰਨ ਵਾਲਾ, ਕਿਰਪਾ ਦਾ ਜਿਹੜਾ ਸਾਗਰ ਹੈ, ਕਰਿ ਗੁਰ ਕਰਨਾ। ਕਹਿੰਦੇ ਕਿਰਪਾ ਦੇ ਸਾਗਰ, ਦਇਆ ਦੇ ਘਰ ਗੁਰੂ ਨੇ ਜਦੋਂ ਮੇਰੇ ਉੱਤੇ ਦਇਆ ਕਰ ਦਿੱਤੀ, ਤਬ ਪਹੁੰਚੋ ਤਟ ਕਰ ਤਿਨ ਪਰਨਾ। ਕਹਿੰਦੇ ਉਸ ਗੁਰੂ ਦੇ ਸਹਾਰੇ, ਉਸ ਗੁਰੂ ਦੇ ਆਸਰੇ ਫਿਰ ਮੈਂ ਕਿਸੇ ਤੱਟ 'ਤੇ, ਭਾਵ ਕਿਨਾਰੇ 'ਤੇ ਪਹੁੰਚ ਸਕਦਾ ਹਾਂ। ਜੇ ਉੱਦਾਂ ਕਹਾਂ ਕਿ ਮੈਂ ਆਪਣੀ ਮਨ ਦੇ ਇੱਛਾ ਨਾਲ ਐਡੇ ਵੱਡੇ ਗੁਰ ਇਤਿਹਾਸ ਨੂੰ ਲਿਖ ਦੇਵਾਂਗਾ ਤਾਂ ਕਹਿੰਦੇ ਸੰਭਵ ਨਹੀਂ ਹੈਗਾ। ਪਰ ਜੇਕਰ ਕਰਨ ਧਾਰ ਕਰਿ ਗੁਰ ਕਰਨਾ,
ਜਦੋਂ ਦਇਆ ਦਾ ਘਰ ਗੁਰੂ ਮੇਰੇ ਤੇ ਕਿਰਪਾ ਕਰੇਗਾ ਤਬ ਪਹੁੰਚੋ ਤਟ ਕਰ ਤਿਨ ਪਰਨਾ। ਕਹਿੰਦੇ ਫਿਰ ਮੈਂ ਤੱਟ ਤੇ ਪਹੁੰਚਾਂਗਾ, ਫਿਰ ਮੈਂ ਕਹਿੰਦੇ ਕਿਨਾਰੇ ਤੇ ਪਹੁੰਚ ਸਕਦਾ ਹਾਂ ਜਦੋਂ ਗੁਰੂ ਮੇਰੇ ਤੇ ਕਿਰਪਾ ਕਰੇਗਾ। ਬੇਨਤੀ ਤੁਮਰੋ ਨਾਮ ਨਿਭਾਹੋ ਲਾਜਾ। ਭਾਈ ਸੰਤੋਖ ਸਿੰਘ ਜੀ ਗੁਰੂ ਅੱਗੇ ਬੇਨਤੀ ਕਰਦੇ ਹਨ, ਤੁਮਰੋ ਨਾਮ, ਕਹਿੰਦੇ ਮੈਂ ਤਾਂ ਤੇਰੇ ਨਾਮ ਦੀ ਚਰਚਾ ਕਰਨ ਜਾ ਰਿਹਾ। ਜੇਕਰ ਗੁਰੂ ਇਤਿਹਾਸ ਲਿਖਣ ਜਾ ਰਿਹਾ, ਸਾਰੀ ਤੇਰੇ ਨਾਮ ਦੀ ਚਰਚਾ ਹੈ, ਮੇਰੇ ਵੱਲੋਂ ਕੋਈ ਉਪਰਾਲਾ ਨਹੀਂ ਹੈਗਾ। ਤੁਮਰੋ ਨਾਮ ਨਿਭਾਹੋ ਲਾਜਾ, ਕਹਿੰਦੇ ਤੇਰੇ ਨਾਮ ਦੀ ਮੈਂ ਚਰਚਾ ਕਰਨ ਜਾ ਰਿਹਾ ਤੇ ਤੁਸੀਂ ਆਪ ਹੀ ਮੇਰੀ ਲਾਜ ਰੱਖ ਲੈਣਾ। ਕਰੋ ਗ੍ਰੰਥ ਪੂਰਨ ਸੁਭ ਕਾਜਾ, ਕਹਿੰਦੇ ਕਰੋ ਗ੍ਰੰਥ ਪੂਰਨ, ਕਹਿੰਦੇ ਇਹ ਗ੍ਰੰਥ ਤੁਸੀਂ ਆਪ ਹੀ ਪੂਰਨ ਕਰਾ ਲੈਣਾ। ਸ਼ੁਭ ਕਾਜਾ, ਤੇ ਸ਼ੁਭ ਕਾਰਜ ਹੈ। ਗੁਰੂ ਇਤਿਹਾਸ ਨੂੰ ਲਿਖਣਾ, ਗੁਰੂ ਦੀ ਉਸਤਤ ਕਰਨੀ, ਗੁਰੂ ਦੀ ਮਹਿਮਾ ਕਰਨੀ ਪਰਮਾਤਮਾ ਦੀ ਮਹਿਮਾ ਕਰਨ ਦੇ ਬਰਾਬਰ ਹੈ। ਗੁਰੂ ਦੇ ਇਤਿਹਾਸ ਨੂੰ ਵਿਚਾਰਨਾ ਰੱਬ ਦੇ ਇਤਿਹਾਸ ਨੂੰ ਵਿਚਾਰਨ ਦੇ ਬਰਾਬਰ ਹੈ। ਜਦੋਂ ਅਸੀਂ ਗੁਰੂ ਦੀ ਗੱਲ ਕਰਦੇ ਹਾਂ ਤਾਂ ਫਿਰ ਰੱਬ ਦੀ ਗੱਲ ਆਪਣੇ ਆਪ ਆ ਜਾਂਦੀ। ਇਸੇ ਕਰਕੇ ਕਹਿੰਦੇ ਕਰੋ ਗ੍ਰੰਥ ਪੂਰਨ ਸੁਭ ਕਾਜਾ, ਇਹ ਸ਼ੁਭ ਕਾਰਜ ਹੈ ਤੇ ਤੁਸੀਂ ਆਪ ਹੀ ਕਿਰਪਾ ਕਰਕੇ ਜਿਹੜਾ ਸ਼ੁਭ ਕਾਰਜ ਹੈ ਪੂਰਾ ਕਰਵਾ ਲੈਣਾ ਹੈ। ਤਵ ਕਰੁਣਾ ਬਿਨ ਅੱਖਰ ਏਕੂ, ਕਹਿੰਦੇ ਤੁਹਾਡੀ ਕਰਨਾ ਭਾਵ ਦਇਆ ਦੇ ਬਿਨਾ ਅੱਖਰ ਏਕੂ, ਇੱਕ ਵੀ ਅੱਖਰ ਨਹਿ ਉਪਜਤ ਮੁਝ ਹਿਰਦੈ ਬਬੇਕੂ, ਮੇਰੇ ਹਿਰਦੇ ਵਿੱਚ ਮੇਰੀ ਸਮਝ ਵਿੱਚ ਇੱਕ ਵੀ ਅੱਖਰ ਪੈਦਾ ਨਹੀਂ ਹੋ ਸਕਦਾ। ਜੇਕਰ ਤੁਸੀਂ ਕਿਰਪਾ ਕਰੋਗੇ ਤਦ ਹੀ ਮੇਰੇ ਮਨ ਦੇ ਵਿੱਚ, ਮੇਰੇ ਦਿਮਾਗ ਵਿੱਚ, ਮੇਰੀ ਬੁੱਧ ਦੇ ਵਿੱਚ ਕੋਈ ਪਰਮਾਤਮਾ ਦਾ ਗੁਰੂ ਇਤਿਹਾਸ ਲਿਖਣ ਦਾ, ਗੁਰੂ ਜਸ ਲਿਖਣ ਦਾ ਅੱਖਰ ਪੈਦਾ ਹੋ ਸਕਦਾ ਹੈ। ਪਰ ਜੇਕਰ ਤੁਸੀਂ ਦਇਆ ਹੀ ਨਾ ਕਰੋ ਤਾਂ ਮੇਰੇ ਮਨ ਵਿੱਚ ਗੁਰੂ ਇਤਿਹਾਸ ਲਿਖਣ ਦਾ ਜਾਂ ਗੁਰੂ ਇਤਿਹਾਸ ਨੂੰ ਵਿਚਾਰਨ ਦਾ ਕੋਈ ਵੀ ਕਿਨਕਾ ਪੈਦਾ ਨਹੀਂ ਹੋ ਸਕਦਾ। ਤਵ ਕਰਨਾ ਬਿਨ ਅੱਖਰ ਏਕੂ ਨਹਿ ਉਪਜਤ ਮੁਝ ਹਿਰਦੈ ਬਬੇਕੂ, ਕਿ ਤੇਰੀ ਕਰਨਾ ਦੇ ਬਣਾ ਇੱਕ ਅੱਖਰ ਵੀ ਮੇਰੇ ਮਨ ਵਿੱਚ, ਮੇਰੇ ਦਿਮਾਗ ਵਿੱਚ ਪੈਦਾ ਨਹੀਂ ਹੋ ਸਕਦਾ। ਦੋਹਰਾ ਗੁਰ ਪਗ ਪ੍ਰੇਮ ਸਮੁੰਦਰ ਸਮ, ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਗੁਰ ਪਗ, ਜਿਹੜੇ ਗੁਰੂ ਦੇ ਚਰਨ ਹਨ, ਪੱਗ ਹੁੰਦਾ ਹੈ ਚਰਨ, ਪ੍ਰੇਮ ਸਮੁੰਦਰ, ਗੁਰੂ ਦੇ ਜਿਹੜੇ ਪੱਗ ਹਨ, ਗੁਰੂ ਦੇ ਚਰਨ ਹਨ, ਉਹ ਪ੍ਰੇਮ ਦਾ ਸਮੁੰਦਰ ਹਨ। ਕਿ ਗੁਰੂ ਦੇ ਚਰਨਾਂ ਵਿੱਚ ਜੇਕਰ ਕੋਈ ਧਿਆਨ ਟਿਕਾਉਂਦਾ ਹੈ ਤਾਂ ਸਮਝ ਲਓ ਕਿ ਉਹਨੇ ਪ੍ਰੇਮ ਦੇ ਸਮੁੰਦਰ ਵਿੱਚ ਧਿਆਨ ਟਿਕਾ ਲਿਆ। ਜਿਸ ਤਰ੍ਹਾਂ ਸਮੁੰਦਰ ਅਥਾਹ ਹੈ, ਕਿੱਡਾ ਵਿਸ਼ਾਲ ਸਮੁੰਦਰ ਹੁੰਦਾ ਹੈ, ਸਮੁੰਦਰ ਦਾ ਬੰਦਾ ਥਾਹ ਨਹੀਂ ਪਾ ਸਕਦਾ, ਕਿੰਨਾ ਵਿਸ਼ਾਲ, ਕਿੰਨਾ ਡੂੰਘਾ, ਉਹਦੇ ਵਿੱਚ ਕਈ ਜੀਵ ਜੰਤੂ ਪਲ ਰਹੇ ਹੁੰਦੇ ਹਨ। ਇਸੇ ਤਰ੍ਹਾਂ ਕਹਿੰਦੇ ਕਿ ਜਿਹੜੇ ਗੁਰੂ ਦੇ ਚਰਨ ਹਨ ਉਹ ਸਮੁੰਦਰ ਦੇ ਸਮਾਨ ਹਨ, ਪਿਆਰ ਵਾਲੇ ਸਮੁੰਦਰ ਦੇ ਸਮਾਨ ਹਨ। ਸੁਦਾ ਪਰਦ ਕਵਿਤਾ ਸੋ, ਕਹਿੰਦੇ ਜਦੋਂ ਕੋਈ ਗੁਰੂ ਦੇ ਚਰਨਾਂ ਵਿੱਚ ਧਿਆਨ ਟਿਕਾਉਂਦਾ ਹੈ, ਗੁਰੂ ਦੇ ਪ੍ਰੇਮ ਰੂਪੀ ਸਮੁੰਦਰ ਰੂਪੀ ਚਰਨਾਂ ਵਿੱਚ ਧਿਆਨ ਟਿਕਾਉਂਦਾ ਹੈ ਤਾਂ ਗੁਰੂ ਕਿਰਪਾ ਕਰਦਾ। ਸੁਦਾ, ਸੁਦਾ ਮਤਲਬ ਅੰਮ੍ਰਿਤ ਰੂਪੀ ਕਵਿਤਾ, ਪਰਦ ਕਵਿਤਾ ਸੋ, ਕਹਿੰਦੇ ਉਸ ਬੰਦੇ ਨੂੰ ਉਹ ਜਿਹੜੀ ਕਵਿਤਾ ਹੈ ਉਹ ਦਾਤ ਦੇ ਰੂਪ ਵਿੱਚ ਮਿਲ ਜਾਂਦੀ ਹੈ। ਕਿ ਜਦੋਂ ਕੋਈ ਗੁਰੂ ਦੇ ਚਰਨਾਂ ਵਿੱਚ ਧਿਆਨ ਟਿਕਾਏਗਾ ਤਾਂ ਉਹਦੇ ਮਨ ਵਿੱਚ ਗੁਰੂ ਦੀ ਜਿਹੜੀ ਕਵਿਤਾ ਹੈ ਉਹ ਆਪਣੇ ਆਪ ਹੀ ਦਾਤ ਰੂਪ ਵਿੱਚ ਪ੍ਰਾਪਤ ਹੋ ਜਾਏਗੀ। ਸਿੱਖ ਬਿੰਦਾਰਕ ਪੀਵਹੀ, ਕਹਿੰਦੇ ਜਿਹੜਾ ਗੁਰ ਇਤਿਹਾਸ ਮੈਂ ਕਵਿਤਾ ਰੂਪ ਵਿੱਚ ਲਿਖਣ ਜਾ ਰਿਹਾ, ਕਹਿੰਦੇ ਸਿੱਖ ਰੂਪੀ ਜਿਹੜੇ ਦੇਵਤੇ ਹਨ ਪੀਵਹੀ, ਉਹ ਪੀਣਗੇ ਨਿਤ ਹਮੇਸ਼ਾ। ਕਹਿੰਦੇ ਜਿਹੜਾ ਮੈਂ ਗੁਰ ਪ੍ਰਤਾਪ ਸੂਰਜ ਗ੍ਰੰਥ ਲਿਖਣ ਜਾ ਰਿਹਾ, ਇਹ ਜਿਹੜਾ ਅੰਮ੍ਰਿਤ ਹੈ, ਗੁਰ ਇਤਿਹਾਸ ਦਾ ਕਵਿਤਾ ਰੂਪ ਅੰਮ੍ਰਿਤ ਹੈ, ਇਹਨੂੰ ਪੀਣਗੇ ਕੌਣ? ਕਹਿੰਦੇ ਇਹਨੂੰ ਗੁਰੂ ਦੇ ਪਿਆਰ ਵਾਲੇ ਪੀਣਗੇ, ਗੁਰੂ ਦੇ ਪਿਆਰ 'ਚ ਭਿੱਜੇ ਹੋਏ ਦੇਵਤੇ ਰੂਪ ਪੀਣਗੇ। ਗੁਰਸਿੱਖਾਂ ਨੂੰ ਭਾਈ ਸਾਹਿਬ ਨੇ ਦੇਵਤੇ ਕਿਹਾ ਹੈ। ਕਹਿੰਦੇ ਜਿਹੜੇ ਗੁਰੂ ਦਾ ਇਤਿਹਾਸ ਸੁਣਨਗੇ ਉਹ ਆਮ ਲੋਕ ਨਹੀਂ ਹੋਣਗੇ, ਉਹ ਦੇਵਤੇ ਹੋਣਗੇ। ਪੀਵਹੀ ਨਿਤ, ਸਦਾ ਪੀਣਗੇ। ਸਮਤ ਪ੍ਰਕਾਸ਼, ਕਹਿੰਦੇ ਜਦੋਂ ਉਹ ਗੁਰੂ ਦੇ ਇਸ ਇਤਿਹਾਸ ਰੂਪੀ ਅੰਮ੍ਰਿਤ ਨੂੰ ਪੀਣਗੇ ਤੇ ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਦੇ ਅੰਦਰ ਸਮਤ ਪੈਦਾ ਹੋਏਗੀ। ਸਮਤ ਦਾ ਅਰਥ ਹੁੰਦਾ ਚੰਗੀ ਮਤ, ਉਹਦਾ ਪ੍ਰਕਾਸ਼ ਹੋਏਗਾ। ਸੋ ਇੱਕ ਹੁੰਦੀ ਮਤ, ਮਤ ਦੇ ਵਿੱਚ ਕਈ ਗੱਲਾਂ ਹੁੰਦੀਆਂ ਹਨ, ਚੰਗੀਆਂ ਵੀ ਹੁੰਦੀਆਂ ਹਨ, ਮਾੜੀਆਂ ਵੀ ਹੁੰਦੀਆਂ ਹਨ। ਇੱਕ ਹੁੰਦੀ ਹੈ ਸਮਤ, ਸਮਤ ਦਾ ਅਰਥ ਹੈ ਚੰਗੀ ਵਿਚਾਰ। ਜਦੋਂ ਹਮੇਸ਼ਾ ਚੰਗੇ ਵਿਚਾਰ ਸਾਡੇ ਮਨ ਵਿੱਚ ਪੈਦਾ ਹੁੰਦੇ ਹਨ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਜਦੋਂ ਸਿੱਖ ਰੂਪੀ ਦੇਵਤੇ ਗੁਰੂ ਦੀ ਕਥਾ ਦੀ ਵਿਚਾਰ ਨੂੰ
ਪੀਣਗੇ ਸੁਣਨਗੇ ਤਾਂ ਉਹਨਾਂ ਦੇ ਅੰਦਰ ਜਿਹੜੀ ਹੈ ਸਮੱਤ ਦਾ ਪ੍ਰਕਾਸ਼ ਹੋਏਗਾ। ਕਿਉਂਕਿ ਗੁਰ ਇਤਿਹਾਸ ਜਿਹੜਾ ਹੈ ਗੁਰੂ ਦੀਆਂ ਗੱਲਾਂ ਹਨ। ਗੁਰੂ ਦੀਆਂ ਗੱਲਾਂ, ਗੁਰ ਇਤਿਹਾਸ ਬੰਦੇ ਨੂੰ ਚੰਗਾ ਬਣਾਉਂਦਾ ਹੈ, ਕਿਉਂਕਿ ਗੁਰੂ ਦਾ ਜੀਵਨ ਬੜਾ ਸਾਫ਼ ਸੁਥਰਾ ਹੈ। ਗੁਰੂ ਦੇ ਜੀਵਨ ਵਿੱਚ ਅਜਿਹੀਆਂ ਘਟਨਾਵਾਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਸੁਣ ਕੇ ਸਾਡੇ ਮਨ 'ਚ ਸ਼ਰਧਾ ਪੈਦਾ ਹੁੰਦੀ ਹੈ। ਜਦੋਂ ਸ਼ਰਧਾ ਪੈਦਾ ਹੁੰਦੀ ਹੈ ਤਾਂ ਫਿਰ ਸਾਡੇ ਅੰਦਰ ਸਮੱਤ ਦਾ ਪ੍ਰਕਾਸ਼ ਹੁੰਦਾ ਹੈ, ਚੰਗੀ ਮੱਤ ਦਾ ਪ੍ਰਕਾਸ਼ ਹੁੰਦਾ ਹੈ। ਚੌਪਈ ਵਿੱਚ ਕਰਤਾਰਪੁਰੇ ਜਗਰਾਈ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਕਹਿੰਦੇ ਕਰਤਾਰਪੁਰ ਦੀ ਧਰਤੀ ਵਿੱਚ ਜਗ ਰਾਈ, ਜਗਤ ਦਾ ਮਾਲਕ ਭਾਵ ਜਗਤ ਦਾ ਪਾਤਸ਼ਾਹ ਰਹਿੰਦਾ ਸੀ, ਭਾਵ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਰਹਿੰਦੇ ਸੀ। ਕਿਉਂਕਿ ਉਹਨਾਂ ਨੇ ਅਖੀਰਲੇ ਸਮੇਂ ਜਦੋਂ 4 ਉਦਾਸੀਆਂ ਕੀਤੀਆਂ ਤਾਂ ਕਰਤਾਰਪੁਰ ਦੀ ਧਰਤੀ ਵਸਾਈ। ਕਰਤਾਰਪੁਰ 2 ਹਨ, ਇੱਕ ਤਾਂ ਕਰਤਾਰਪੁਰ ਜਲੰਧਰ ਦੇ ਲਾਗੇ ਹੈ ਤੇ ਦੂਸਰਾ ਕਰਤਾਰਪੁਰ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਸਾਇਆ ਸੀ ਉਹ ਪਾਕਿਸਤਾਨ ਵਿੱਚ ਹੈ, ਦਰਿਆ ਦੇ ਪਾਰ। ਜਦੋਂ ਆਪਾਂ ਕਦੀ ਦਰਸ਼ਨ ਕਰਨੇ ਹੋਣ ਤਾਂ ਅਸੀਂ ਇੱਕ ਸਥਾਨ ਡੇਰਾ ਬਾਬਾ ਨਾਨਕ, ਉੱਥੇ ਜਦੋਂ ਆਪਾਂ ਦਰਿਆ ਤੋਂ ਇੱਧਰ ਉੱਚੀ ਜੀ ਥੜੀ ਬਣਾਈ ਹੋਈ ਹੈ ਉੱਥੇ ਖੜ ਕੇ ਵੇਖਦੇ ਹਾਂ ਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੁੰਦੇ ਹਨ। ਕਹਿੰਦੇ ਕਿ ਉਸ ਕਰਤਾਰਪੁਰ ਦੀ ਧਰਤੀ ਦੇ ਉੱਪਰ, ਧਰਤੀ ਦੇ ਵਿੱਚ ਜਗਤ ਦਾ ਮਾਲਕ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਰਹਿੰਦੇ ਹਨ। ਸ੍ਰੀ ਅੰਗਦ ਕੋ ਦੀਨ ਬੜਾਈ। ਕਹਿੰਦੇ ਉਸ ਕਰਤਾਰਪੁਰ ਵਿੱਚ ਜਿਹੜੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਰਹਿੰਦੇ ਹਨ ਉਹਨਾਂ ਨੇ ਸ਼੍ਰੀ ਅੰਗਦ ਕੋ ਦੀਨ ਬੜਾਈ। ਉਹਨਾਂ ਨੇ ਆਪਣੇ ਤੋਂ ਬਾਅਦ ਭਾਈ ਲਹਿਣਾ ਜੀ, ਕਿਉਂਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਸੀ ਭਾਈ ਲਹਿਣਾ ਜੀ। ਭਾਈ ਲਹਿਣਾ ਜੀ ਨੇ ਇੱਕ ਲੰਬਾ ਸਮਾਂ ਗੁਰੂ ਜੀ ਦੀ ਸੇਵਾ ਕੀਤੀ, ਲਗਭਗ 7 ਸਾਲ ਦਾ ਸਮਾਂ ਹੁੰਦਾ ਹੈ। 7 ਸਾਲ ਗੁਰੂ ਜੀ ਦੀ ਸੇਵਾ ਕੀਤੀ। ਮਹਾਰਾਜ ਨੇ ਵੀ ਬੜੀਆਂ ਪ੍ਰੀਖਿਆਵਾਂ ਲਈਆਂ, ਬਹੁਤ ਸਾਰੀਆਂ ਪ੍ਰੀਖਿਆਵਾਂ ਲਈਆਂ। ਕਦੀ ਮੀਂਹ ਚੱਲਦਾ ਹੋਣਾ, ਰਾਤ ਨੂੰ ਮੀਂਹ ਪੈਂਦਾ ਹੋਣਾ, ਆਪਣੇ ਪੁੱਤਰਾਂ ਨੂੰ ਕਹਿਣਾ ਭਾਈ ਉਹ ਕੰਧ ਜਿਹੜੀ ਹੈ ਮਿੱਟੀ ਦੀ ਖੁਰ ਗਈ ਹੈ, ਤੁਸੀਂ ਕੰਧ ਬਣਾਓ। ਤੇ ਪੁੱਤਰ ਕਹਿੰਦੇ ਬਈ ਰਾਤ ਦਾ ਸਮਾਂ ਮੀਂਹ ਪੈਂਦਾ ਪਿਆ, ਕੰਧ ਤੇ ਖੜਨੀ ਨਹੀਂ ਹੈਗੀ, ਸਵੇਰੇ ਬਣਾ ਲਾਂਗੇ। ਜਦੋਂ ਭਾਈ ਲਹਿਣਾ ਜੀ ਨੂੰ ਕਹਿਣਾ ਵੀ ਜਾ ਕੇ ਤੁਸੀਂ ਉਹ ਕੰਧ ਬਣਾ ਦਿਓ ਤਾਂ ਭਾਈ ਲਹਿਣਾ ਜੀ ਕਹਿੰਦੇ ਜੀ 7 ਵਜੇ। ਤੇ ਮਹਾਰਾਜ ਨੇ, ਗੁਰੂ ਨਾਨਕ ਮਹਾਰਾਜ ਨੇ ਪੁੱਛਣਾ ਭਾਈ ਬਾਹਰ ਦੇਖੋ ਦਿਨ ਹੈ ਕਿ ਰਾਤ ਹੈ? ਦੂਸਰਿਆਂ ਨੇ ਕਹਿਣਾ ਵੀ ਦਿਨ ਹੈ, ਕਿਸੇ ਨੇ ਕਹਿਣਾ ਰਾਤ ਹੈ। ਜਦੋਂ ਭਾਈ ਲਹਿਣਾ ਜੀ ਨੂੰ ਪੁੱਛਣਾ ਵੀ ਤੁਹਾਡੇ ਹੁਕਮ ਦੇ ਵਿੱਚ ਹੈ, ਜੇ ਉਹ ਤੁਹਾਡਾ ਹੁਕਮ ਹੈ ਉਹੀ ਚੱਲ ਰਿਹਾ, ਤੁਹਾਡੇ ਹੁਕਮ ਤੋਂ ਬਾਹਰ ਕੁਛ ਨਹੀਂ ਹੈਗਾ। ਇਸ ਤਰ੍ਹਾਂ ਮਹਾਰਾਜ ਨੇ ਵੱਖਰੀਆਂ ਵੱਖਰੀਆਂ ਪ੍ਰੀਖਿਆਵਾਂ ਲਈਆਂ ਤੇ ਜਦੋਂ ਪ੍ਰੀਖਿਆਵਾਂ ਲਈਆਂ ਕਈ ਗੁਰਸਿੱਖ ਸਨ, ਬਾਬਾ ਬੁੱਢਾ ਜੀ ਵੀ ਸਨ ਉਹਨਾਂ ਪ੍ਰੀਖਿਆਵਾਂ ਵਿੱਚ, ਗੁਰੂ ਸਾਹਿਬ ਜੀ ਦੇ ਪੁੱਤਰ ਵੀ ਸਨ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਹੋਰ ਕਈ ਗੁਰੂ ਦੇ ਸਿੱਖ ਪਿਆਰੇ ਸਨ। ਪਰ ਭਾਈ ਲਹਿਣਾ ਜੀ ਅੱਗੇ ਨਿਕਲ ਗਏ ਇਸ ਪ੍ਰੀਖਿਆਵਾਂ ਦੇ ਵਿੱਚੋਂ ਤੇ ਭਾਈ ਲਹਿਣਾ ਜੀ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੰਗਦ ਕਰਕੇ ਥਾਪਤਾ ਵੀ ਤੁਸੀਂ ਸਾਡੇ ਸਰੀਰ ਦੇ ਅੰਗ ਹੋ, ਇਸ ਕਰਕੇ ਤੁਹਾਡਾ ਨਾਮ ਅੰਗਦ ਹੈ। ਕਹਿੰਦੇ ਕਿ ਕਰਤਾਰਪੁਰ ਦੀ ਧਰਤੀ ਤੇ ਜਦੋਂ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਸੀ, ਗੁਰੂ ਨਾਨਕ ਪਾਤਸ਼ਾਹ ਜੀ ਰਹਿ ਰਹੇ ਸਨ ਤਾਂ ਉਹਨਾਂ ਨੇ ਕੀ ਕੀਤਾ, ਸ਼੍ਰੀ ਅੰਗਦ ਕੋ ਦੀਨ ਵਡਾਈ। ਉਹਨਾਂ ਨੇ ਗੁਰੂ ਅੰਗਦ ਮਹਾਰਾਜ ਨੂੰ ਵਡਿਆਈ ਦੇਤੀ ਕਿ ਹੁਣ ਅਗਲੇ ਜਿਹੜੇ ਗੁਰੂ ਹੋ ਤੁਸੀਂ ਹੋ, ਤੁਸੀਂ ਸਾਰੀ ਵਾਗਡੋਰ ਸੰਭਾਲਣੀ ਹੈ। ਸਿੱਖ ਪੰਥ ਦੀ, ਸਿੱਖ ਜਿਹੜਾ ਪੰਥ ਹੈ ਇਹਦੀ ਸਾਂਭ ਸੰਭਾਲ ਤੁਸੀਂ ਕਰਨੀ ਹੈ, ਗੁਰਸਿੱਖਾਂ ਦੀ ਪਾਲਣਾ ਪੋਸ਼ਣਾ ਤੁਸੀਂ ਕਰਨੀ ਹੈ। ਆਪਨ ਕੀਨ ਸੱਚਖੰਡ ਪਿਆਨਾ। ਭਾਈ ਸਾਹਿਬ ਜੀ ਕਹਿੰਦੇ ਕਿ ਆਪ ਉਹ ਸੱਚਖੰਡ ਨੂੰ ਪਿਆਨਾ ਕਰਕੇ ਚਲੇ ਗਏ। ਜੋਤ ਰੂਪ ਬਿਬਤਨ ਪਲਟਾਨਾ। ਤੇ ਜਿਹੜੀ ਉਹਨਾਂ 'ਚ ਗੁਰੂ ਰੂਪ ਜੋਤ ਸੀ ਉਹ ਉਹਨਾਂ ਨੇ ਦੂਸਰੇ ਸਰੀਰ ਵਿੱਚ ਪਲਟ ਦਿੱਤੀ, ਕਿਉਂਕਿ ਜੋਤ ਉਹੀ ਹੈ, ਜੋਤ ਵਿੱਚ ਕੋਈ ਫਰਕ ਨਹੀਂ, ਸਰੀਰਾਂ ਵਿੱਚ ਫਰਕ ਹੈਗਾ। ਜਦੋਂ ਅਸੀਂ ਕਹਿੰਦੇ ਹਾਂ ਕਿ 10 ਗੁਰੂ ਸਹਿਬਾਨ ਤਾਂ ਅਸੀਂ 10 ਗੁਰੂ ਸਹਿਬਾਨ ਮੰਨ ਕੇ ਵੀ ਇੱਕ ਜੋਤ ਮੰਨਦੇ ਹਾਂ ਕਿ ਸਾਰੇ ਗੁਰੂ ਸਹਿਬਾਨ ਵਿੱਚ ਇੱਕ ਜੋਤ ਸੀ। ਤੇ ਹੁਣ ਜਦੋਂ 11ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਤੇ ਇਹਨਾਂ ਵਿੱਚ ਵੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਜੋਤ ਹੈ, ਕੋਈ ਜੋਤ ਵਿੱਚ ਫਰਕ ਨਹੀਂ ਹੈਗਾ। ਜਿਹੜੀ ਜੋਤ ਅੱਜ ਤੋਂ 550 ਸਾਲ ਪਹਿਲਾਂ ਧਰਤੀ ਤੇ ਗੁਰੂ ਨਾਨਕ ਮਹਾਰਾਜ ਦੇ ਰੂਪ ਵਿੱਚ ਵਿਚਰ ਰਹੀ ਸੀ, ਗੁਰੂ ਅੰਗਦ ਦੇਵ ਮਹਾਰਾਜ ਦੇ ਰੂਪ ਵਿੱਚ ਵਿਚਰ ਰਹੀ ਸੀ, ਜਾਂ 10 ਗੁਰੂ ਸਾਹਿਬਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਵਿਚਰ ਸੀ, ਉਹੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਹ ਵਿੱਚ ਹੈ। ਇਸੇ ਕਰਕੇ ਭਾਈ ਸਾਹਿਬ ਜੀ ਲਿਖਦੇ ਹਨ, ਭਾਈ ਸੰਤੋਖ ਸਿੰਘ ਜੀ, ਜੋਤ ਰੂਪ ਜਿਹੜੀ ਜੋਤ ਸੀ ਬਿਬਤਨ ਪਲਟਾਨਾ, ਦੂਸਰੇ ਸਰੀਰ ਵਿੱਚ ਪਲਟ ਦਿੱਤੀ, ਦੂਸਰੇ ਸਰੀਰ ਵਿੱਚ ਉਹ ਚਲੀ ਗਈ। ਜਿਉਂ ਅਦਪਤ ਇੱਕ ਪੋਸ਼ਿਸ਼ ਤੱਜ ਕੇ ਉਦਾਹਰਨ ਦਿੱਤੀ ਹੈ ਬਾਦਸ਼ਾਹ ਦੀ।
ਕਹਿੰਦੇ ਮੰਨ ਲਓ ਜਿਵੇਂ ਅਧਪਤ ਹੁੰਦਾ ਦੁਨੀਆ ਦਾ ਰਾਜਾ, ਇੱਕ ਪੋਸ਼ਿਸ਼ ਤੱਜ ਕੇ, ਇੱਕ ਪੁਸ਼ਾਕ ਤੱਜ ਕੇ ਦੂਸਰੀ ਪੁਸ਼ਾਕ ਪਾ ਲੈਂਦਾ ਹੈ। ਵੈਸੈ ਸਭਾ ਦੁਤੀਆ ਤਨ ਸੱਜ ਕੇ, ਤੇ ਦੂਸਰੀ ਪੁਸ਼ਾਕ ਧਾਰਨ ਕਰਕੇ ਜਦੋਂ ਸਭਾ 'ਚ ਬੈਠਦਾ ਰਹਿੰਦਾ ਤੇ ਬਾਦਸ਼ਾਹ ਹੀ ਹੈ ਨਾ, ਉਹਦੇ 'ਚ ਕੋਈ ਫਰਕ ਤਾਂ ਨਹੀਂ ਨਾ ਪੈਂਦਾ ਹੈਗਾ। ਕੋਈ ਇਹ ਤਾਂ ਨਹੀਂ ਕਹਿੰਦਾ ਕਿ ਬਾਦਸ਼ਾਹ ਨੇ ਪਹਿਲਾਂ ਆਹ ਪੁਸ਼ਾਕ ਪਾਈ ਸੀ ਉਦੋਂ ਬਾਦਸ਼ਾਹ ਸੀ, ਹੁਣ ਦੂਸਰੇ ਕੱਪੜੇ ਪਾ ਕੇ ਸਭਾ 'ਚ ਆ ਗਿਆ ਤੇ ਬਾਦਸ਼ਾਹ ਨਹੀਂ ਹੈਗਾ, ਫਿਰ ਵੀ ਉਹ ਬਾਦਸ਼ਾਹ ਹੀ ਰਹੇਗਾ, ਕੱਪੜੇ ਜਿਹੜੇ ਮਰਜ਼ੀ ਪਾ ਲਏ। ਇਸੇ ਤਰ੍ਹਾਂ ਕਹਿੰਦੇ ਨੇ ਕਿ ਜੋਤ ਜਿਹੜੀ ਹੈ ਉਹਨੇ ਕੱਪੜਾ ਬਦਲਿਆ, ਸਰੀਰ ਰੂਪੀ ਕੱਪੜਾ, ਜੋਤ ਉਹੀ ਹੈ, ਸਰੀਰ ਬਦਲ ਲਿਆ। ਪਹਿਲਾਂ ਗੁਰੂ ਨਾਨਕ ਮਹਾਰਾਜ ਦਾ ਸਰੀਰ ਸੀ, ਜਦੋਂ ਸਮਾਂ ਪੂਰਾ ਹੋ ਗਿਆ ਤੇ ਫਿਰ ਹੁਣ ਸਰੀਰ ਬਦਲਿਆ ਭਾਈ ਲਹਿਣਾ ਰੂਪ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦੇ ਰੂਪ ਵਿੱਚ। ਤਿਉ ਖੰਡੂਰ ਮੈਂ ਆਨ ਬਿਰਾਜੇ, ਕਹਿੰਦੇ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਰਾਜਾ ਜਿਹੜਾ ਹੈ ਇੱਕ ਪੁਸ਼ਾਕ ਬਦਲ ਕੇ ਦੂਸਰੀ ਸਭਾ ਵਿੱਚ ਬੈਠਦਾ ਹੈ, ਇਸੇ ਤਰ੍ਹਾਂ ਗੁਰੂ ਨਾਨਕ ਜੋਤ ਜਿਹੜੀ ਹੈ ਭਾਈ ਲਹਿਣਾ ਜੀ ਦੇ ਰੂਪ ਵਿੱਚ, ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਪਹਿਲਾਂ ਇਹ ਜੋਤ ਕਰਤਾਰਪੁਰ ਦੀ ਧਰਤੀ ਤੇ ਵਸਦੀ ਸੀ, ਹੁਣ ਇਹ ਕਰਤਾਰਪੁਰ ਦੀ ਧਰਤੀ ਨੂੰ ਛੱਡ ਕੇ ਖਡੂਰ ਸਾਹਿਬ ਦੀ ਧਰਤੀ ਤੇ ਆ ਗਈ ਹੈ। ਖਡੂਰ ਸਾਹਿਬ ਵਿੱਚ ਆਪਾਂ ਨੂੰ 6-7 ਗੁਰਦੁਆਰੇ, ਇਤਿਹਾਸਕ ਗੁਰਦੁਆਰੇ ਮਿਲ ਜਾਂਦੇ ਹਨ। ਜਦੋਂ ਆਪਾਂ ਅੰਮ੍ਰਿਤਸਰ ਸਾਹਿਬ ਵੱਲ ਜਾਂਦੇ ਹਾਂ 2-3 ਰਸਤੇ ਪੈਂਦੇ ਨੇ, ਕਪੂਰਥਲੇ ਵੱਲੋਂ ਚੱਲ ਜੋ ਗੋਇੰਦਵਾਲ ਸਾਹਿਬੋਂ ਹੁੰਦਿਆਂ ਹੋਇਆਂ ਖਡੂਰ ਸਾਹਿਬ ਨੂੰ ਰਸਤਾ ਨਿਕਲਦਾ, ਦੂਸਰਾ ਰਸਤਾ ਨਿਕਲਦਾ ਰਈਏ ਤੋਂ ਖਡੂਰ ਸਾਹਿਬ ਦਾ, ਤੀਜਾ ਬਿਆਸ ਤੋਂ ਵੀ ਜਾਂਦਾ, ਚੌਥਾ ਰਸਤਾ ਜੰਡਿਆਲੇ ਵਾਲੇ ਪਾਸੋਂ ਵੀ ਜਾਂਦਾ, 3-4 ਰਸਤੇ ਨਿਕਲਦੇ ਨੇ ਜਦੋਂ ਆਪਾਂ GT ਰੋਡ ਤੋਂ ਜਾਣਾ ਹੋਵੇ ਜਲੰਧਰ ਤੋਂ ਖਡੂਰ ਸਾਹਿਬ ਦੀ ਧਰਤੀ ਤੇ। ਅੱਜ ਵੀ ਉਹ ਧਰਤੀ ਬੜੀ ਸ਼ਾਂਤ ਹੈ, ਉੱਥੇ ਜਾਈਏ ਮਨ ਨੂੰ ਸ਼ਾਂਤੀ ਮਿਲਦੀ ਹੈ, ਕਿਉਂਕਿ ਉੱਥੋਂ ਦਾ ਵਾਤਾਵਰਨ ਹੀ ਬੜਾ ਅਲੱਗ ਜਿਹਾ, ਇੰਨਾ ਸ਼ਾਂਤ ਮਾਹੌਲ, ਹਰ ਪਾਸੇ ਹਰਿਆਵਲ ਹੈ। ਤੇ ਗੁਰਦੁਆਰਿਆਂ ਦੇ ਵਿੱਚ ਜਦੋਂ ਜਾਈਦਾ ਮਨ ਹੋਰ ਸ਼ਾਂਤ ਹੁੰਦਾ, ਕਿਉਂਕਿ ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। 8 ਗੁਰੂ ਸਾਹਿਬਾਨ ਦੇ ਚਰਨ ਉਸ ਧਰਤੀ ਤੇ ਪਏ ਹੋਏ ਹਨ। ਖਡੂਰ ਸਾਹਿਬ ਦੀ ਧਰਤੀ ਤੇ ਜਿਹੜਾ ਇਤਿਹਾਸ ਜ਼ਿਕਰ ਕਰਦਾ ਹੈ, ਖਡੂਰ ਸਾਹਿਬ ਦੀ ਧਰਤੀ ਆਮ ਧਰਤੀ ਨਹੀਂ ਹੈਗੀ, ਉਹ ਧਰਤੀ ਦੇ ਉੱਤੇ 8 ਗੁਰੂ ਸਾਹਿਬਾਨ ਨੇ ਚਰਨ ਪਾਏ ਹੋਏ ਹਨ, ਚਰਨ ਛੋਹ ਪ੍ਰਾਪਤ ਧਰਤੀ ਹੈ। ਅੱਜ ਉਹ ਐਜੂਕੇਸ਼ਨ ਦਾ ਹੱਬ ਬਣ ਚੁੱਕਿਆ, ਨਿਸ਼ਾਨੇ ਸਿੱਖੀ, ਕਈ ਇੰਟਰਨੈਸ਼ਨਲ ਸਕੂਲ ਚੱਲਦੇ ਆ, ਕਈ ਗੁਰਮਤਿ ਵਿਦਿਆਲੇ ਚੱਲਦੇ ਆ ਉੱਥੇ, ਮਤਲਬ ਕਿ ਹੁਣ ਐਜੂਕੇਸ਼ਨ ਦਾ ਵੀ ਹੱਬ ਬਣ ਚੁੱਕਿਆ, ਹਰਿਆਵਲ ਵੀ ਉੱਥੇ ਬਹੁਤ ਜ਼ਿਆਦਾ ਕਿ ਖਡੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਆ ਗਏ। ਪਹਿਲਾਂ ਤਾਂ ਕਰਤਾਰਪੁਰ ਵਿੱਚ ਰਹਿੰਦੇ ਸਨ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ, ਤੇ ਹੁਣ ਜਦੋਂ ਗੁਰੂ ਨਾਨਕ ਮਹਾਰਾਜ ਨੇ ਹੁਕਮ ਕਰਤਾ ਭਾਈ ਲਹਿਣਾ ਜੀ ਨੂੰ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਕਿ ਤੁਸੀਂ ਹੁਣ ਖਡੂਰ ਸਾਹਿਬ ਚਲੇ ਜਾਓ, ਉੱਥੇ ਹੀ ਸਾਰੇ ਗੁਰੂ ਦੇ ਸਿੱਖ, ਗੁਰੂ ਦੇ ਪਿਆਰ ਵਾਲੇ, ਗੁਰੂ ਦੇ ਪਿਆਰ ਵਿੱਚ ਭਿੱਜੇ ਹੋਏ ਗੁਰਸਿੱਖ ਜਿਹੜੇ ਭੋਰਾ ਰੂਪ ਹਨ, ਉਹ ਤੁਹਾਡੇ ਕੋਲ ਆਉਣਾ ਸ਼ੁਰੂ ਹੋ ਜਾਣਗੇ। ਜਿਨ ਸਿਮਰਨ ਕਲ ਕਲ ਮਲ ਭਾਜੇ, ਕਹਿੰਦੇ ਖਡੂਰ ਸਾਹਿਬ ਵਿੱਚ ਬਹਿਣ ਵਾਲੇ ਗੁਰੂ ਅੰਗਦ ਮਹਾਰਾਜ ਜੀ ਅਜਿਹੇ ਹਨ ਜਿਨ੍ਹਾਂ ਦਾ ਸਿਮਰਨ ਕਰਨ ਦੇ ਨਾਲ ਕਲ ਕਲਮਲ ਭਾਜੇ। ਕਲ ਦਾ ਅਰਥ ਹੈ ਪਾਪ, ਕਲਯੁਗ, ਕਲਮਲ ਪਾਪ, ਕਹਿੰਦੇ ਸਾਡੇ ਅੰਦਰ ਦੀ ਮਲ ਵੀ ਉਤਰ ਜਾਏਗੀ, ਸਾਡੇ ਪਾਪ ਵੀ ਖਤਮ ਹੋ ਜਾਣਗੇ। ਜਿਹੜਾ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਦਿਲੋਂ ਯਾਦ ਕਰੇਗਾ, ਅਜਿਹੀ ਸ਼ਖਸੀਅਤ ਦੇ ਮਾਲਕ ਹਨ ਪਾਤਸ਼ਾਹ ਜੀ। ਬਸ ਲੋੜ ਹੈ ਗੁਰੂ ਨੂੰ ਯਾਦ ਕਰਨ ਦੀ। ਜਦੋਂ ਅਸੀਂ ਗੁਰੂ ਦਾ ਧਿਆਨ ਧਰਦੇ ਹਾਂ ਤਾਂ ਸਾਡੇ ਅੰਦਰ ਦੇ ਜਿਹੜੇ ਪਾਪ ਹਨ ਉਹ ਹੌਲੀ ਹੌਲੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ। ਦੋਹਰਾ ਤਖਤ ਬੈਠ ਅੰਗਦ ਗੁਰ ਕੀਨ ਖਡੂਰ ਨਿਵਾਸ, ਕਹਿੰਦੇ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਤਖਤ ਤੇ ਬੈਠ ਚੁੱਕੇ ਹਨ। ਗੁਰੂ ਨਾਨਕ ਮਹਾਰਾਜ ਜੀ ਨੇ ਕਹਿਤਾ ਨਾ ਕਿ ਤੁਸੀਂ ਹੁਣ ਗੁਰੂ ਹੋ। ਗੁਰੂ ਨਾਨਕ ਮਹਾਰਾਜ ਨੇ ਖੁਦ ਸੀਸ ਝੁਕਾਇਆ ਪਾਤਸ਼ਾਹ ਜੀ ਦੇ ਅੱਗੇ, ਕਿਉਂਕਿ ਜਿਹੜੇ ਵੀ ਪਾਤਸ਼ਾਹ ਨੇ ਅਗਲੇ ਗੁਰੂ ਨੂੰ ਗੁਰਿਆਈ ਦੇਣੀ ਹੁੰਦੀ ਸੀ ਤਾਂ ਪਹਿਲਾਂ ਆਪ ਸੀਸ ਝੁਕਾਉਂਦੇ ਸਨ। ਆਪ ਜਦੋਂ ਸੀਸ ਝੁਕਾ ਦੇਣਾ ਤੇ ਬਾਅਦ ਵਿੱਚ ਸੰਗਤ ਨੂੰ ਹੁਕਮ ਕਰਨਾ, ਭਾਈ ਹੁਣ ਤੁਸੀਂ ਇਹਨਾਂ ਨੂੰ ਗੁਰੂ ਮੰਨਣਾ ਹੈ, ਭਾਵੇਂ ਕੋਈ ਵੀ ਹੋਇਆ। ਗੁਰੂ ਅਮਰਦਾਸ ਮਹਾਰਾਜ ਜੀ ਹੋਏ, ਪਹਿਲਾਂ ਗੁਰੂ ਅੰਗਦ ਮਹਾਰਾਜ ਨੇ ਸੀਸ ਝੁਕਾਇਆ। ਜਾਂ ਫਿਰ ਕਹਿ ਲਈ ਜਦੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਿਆਈ ਦੇਣੀ ਸੀ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾਰੀਅਲ 5 ਪੈਸੇ ਭੇਟਾ ਕਰਕੇ ਸੀਸ ਝੁਕਾਇਆ ਤੇ ਫਿਰ ਹੁਕਮ ਕੀਤਾ ਕਿ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿ ਸਾਰੇ ਸਿੱਖਾਂ ਨੂੰ ਇਹ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ। ਪਹਿਲਾਂ ਗੁਰੂ ਆਪ ਸੀਸ ਝੁਕਾਉਂਦੇ ਸਨ, ਫਿਰ ਸਿੱਖਾਂ ਨੂੰ ਹੁਕਮ ਕਰਦੇ ਸਨ। ਤੇ ਮਹਾਰਾਜ ਕਹਿੰਦੇ
ਤਖਤ ਬੈਠ। ਇਸ ਕਰਕੇ ਮਹਾਰਾਜ ਹੁਣ ਤਖਤ 'ਤੇ ਬੈਠੇ ਹਨ। ਉੱਦਾਂ ਨਹੀਂ ਭਾਈ ਲਹਿਣਾ ਜੀ ਜਦੋਂ ਸਨ ਤਾਂ ਗੁਰੂ ਮਹਾਰਾਜ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਵਿੱਚ ਰਹਿੰਦੇ ਸਨ। ਹਮੇਸ਼ਾ ਉਹਨਾਂ ਦੇ ਚਰਨਾਂ ਵਿੱਚ ਰਹਿਣਾ, ਜੋ ਹੁਕਮ ਕਰ ਦੇਣਾ ਉਹ ਹੁਕਮ ਸਿਰ ਮੱਥੇ ਮੰਨ ਲੈਣਾ। ਹੁਣ ਗੁਰੂ ਨਾਨਕ ਦੇਵ ਮਹਾਰਾਜ ਨੇ ਹੁਕਮ ਕਰਤਾ, ਬੇਨਤੀ ਕੀਤੀ ਕਿ ਤੁਸੀਂ ਹੁਣ ਗੁਰੂ ਹੋ, ਤੁਸੀਂ ਹੁਣ ਗੁਰੂ ਰੂਪ ਹੋ, ਮੈਂ ਤੁਹਾਡੇ ਅੱਗੇ ਸੀਸ ਝੁਕਾਉਣਾ। ਤੇ ਤਖਤ ਉੱਪਰ ਬਿਰਾਜਮਾਨ ਹੋ ਚੁੱਕੇ ਹਨ। ਬੈਠ ਅੰਗਦੂਰ ਕੀਨ ਖਡੂਰ ਨਿਵਾਸ। ਤੇ ਖਡੂਰ ਸਾਹਿਬ ਵਿੱਚ ਹੁਣ ਕਹਿੰਦੇ ਉਹਨਾਂ ਨੇ ਨਿਵਾਸ ਕਰ ਲਿਆ। ਨਰਨ ਉਦਾਹਰਨ ਕਾਰਨੇ ਸੋ ਭਗਤ ਪ੍ਰਕਾਸ਼। ਨਰਨ ਹੁੰਦਾ ਮਨੁੱਖਾਂ ਨੂੰ, ਉਦਾਹਰਨ ਹੁੰਦਾ ਉਹਨਾਂ ਦਾ ਭਲਾ ਕਰਨ ਵਾਸਤੇ, ਕਰਨ ਕਾਰਨੇ ਕਰ ਸੋ ਭਗਤ ਪ੍ਰਕਾਸ਼। ਕਹਿੰਦੇ ਖਡੂਰ ਸਾਹਿਬ ਦੀ ਧਰਤੀ ਤੇ ਲੋਕਾਂ ਦਾ ਭਲਾ ਕਰਨ ਦੇ ਲਈ ਉਹਨਾਂ ਨੇ ਭਗਤੀ ਦਾ ਪ੍ਰਕਾਸ਼ ਕਰ ਦਿੱਤਾ। ਕਹਿੰਦੇ ਖਡੂਰ ਸਾਹਿਬ ਦੀ ਧਰਤੀ ਤੇ ਜਦੋਂ ਆਏ ਤਾਂ ਉਹਨਾਂ ਨੇ ਆਲੇ ਦੁਆਲੇ ਦਾ ਮਾਹੌਲ ਅਜਿਹਾ ਬਣ ਗਿਆ ਕਿ ਸਾਰੇ ਲੋਕ ਆਪਣੇ ਆਪ ਹੀ ਭਗਤੀ ਵਾਲੇ ਪਾਸੇ ਹੋ ਗਏ, ਕਿਉਂਕਿ ਗੁਰੂ ਹੈ ਨਾ, ਗੁਰੂ ਕਿਰਪਾ ਦਾ ਸਾਗਰ ਹੈ, ਗੁਰੂ ਭਗਤੀ ਦਾ ਭੰਡਾਰ ਹੈ। ਜਿੱਥੇ ਗੁਰੂ ਜੀ ਜਾਣਗੇ ਉੱਥੇ ਭਗਤੀ ਆਪਣੇ ਆਪ ਹੀ ਹੋਣ ਲੱਗ ਜੇਗੀ, ਕਿਉਂਕਿ ਗੁਰੂ ਕਿਰਪਾ ਕਰਦਾ ਹੈ। ਗੁਰੂ ਆਪ ਭਗਤੀ ਦਾ ਖਜ਼ਾਨਾ ਹੁੰਦਾ ਹੈ। ਗੁਰੂ ਨੇ ਪਰਮਾਤਮਾ ਦੇ ਕੋਲੋਂ ਸਿਰਫ ਭਗਤੀ ਤਾਂ ਲਈ ਹੁੰਦੀ ਹੈ, ਨਾਮ ਲਿਆ ਹੁੰਦਾ ਹੈ, ਰੱਬ ਦੀ ਬੰਦਗੀ ਲਈ ਹੁੰਦੀ ਹੈ। ਇਸ ਕਰਕੇ ਜਿੱਥੇ ਵੀ ਗੁਰੂ ਜਾਏਗਾ ਉੱਥੇ ਭਗਤੀ ਦਾ ਪ੍ਰਕਾਸ਼ ਆਪਣੇ ਆਪ ਹੋ ਜਾਂਦਾ। ਇਸ ਕਰਕੇ ਕਹਿੰਦੇ ਕਿ ਜਦੋਂ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੀ ਧਰਤੀ ਤੇ ਆਏ ਤਾਂ ਉੱਥੇ ਬੰਦਿਆਂ ਨੂੰ ਤਾਰਨ ਵਾਸਤੇ, ਮਨੁੱਖਾਂ ਨੂੰ ਤਾਰਨ ਵਾਸਤੇ ਭਗਤੀ ਦਾ ਪ੍ਰਕਾਸ਼ ਹੋ ਗਿਆ। ਸਵਈਆ ਇੱਕ ਬਾਸੁਰ ਆਸਨ ਦਾਸ ਅਸੀਨ ਸੋ ਧਿਆਨ ਵਿਖੇ ਗੁਰ ਅੰਗਦ ਹੋਏ। ਕਹਿੰਦੇ ਕਿ ਇੱਕ ਦਿਨ ਖਡੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਗੁਰੂ ਅੰਗਦ ਮਹਾਰਾਜ ਜੀ ਬੈਠੇ ਹੋਏ ਸਨ। ਦਿਨ ਦਾ ਸਮਾਂ ਸੀ। ਕਹਿੰਦੇ ਆਸਨ ਲਾ ਕੇ ਬੈਠੇ ਹੋਏ ਸਨ ਤੇ ਆਸਨ ਲਾ ਕੇ ਉਹਨਾਂ ਦਾ ਧਿਆਨ ਜਿਹੜਾ ਹੈ ਗੁਰੂ ਜੀ ਦੇ ਚਰਨਾਂ ਵਿੱਚ ਟਿਕ ਗਿਆ, ਗੁਰੂ ਨਾਨਕ ਮਹਾਰਾਜ ਜੀ ਦੇ। ਗੁਰੂ ਨਾਨਕ ਕੇ ਪਦ ਪੰਕਜ ਲੀਨ ਨਿਰੰਤਰ ਹੀ ਮੁਦ ਲੋਚਨ ਕੋਏ। ਕਹਿੰਦੇ ਉਹਨਾਂ ਦੇ ਜਿਹੜੇ ਲੋਚਨ ਸਨ, ਮੁੰਦ ਹੁੰਦਾ ਬੰਦ ਹੋਏ, ਮੀਚੇ ਹੋਏ, ਉਹਨਾਂ ਦੀਆਂ ਅੱਖਾਂ ਬੰਦ ਸਨ ਤੇ ਉਹਨਾਂ ਦਾ ਧਿਆਨ ਗੁਰੂ ਨਾਨਕ ਕੇ ਪਦ ਪੰਕਜ, ਉਹਨਾਂ ਦਾ ਜਿਹੜਾ ਧਿਆਨ ਸੀ ਭਾਈ ਗੁਰੂ ਅੰਗਦ ਮਹਾਰਾਜ ਜੀ ਦਾ, ਉਹ ਧਿਆਨ ਜਿਹੜਾ ਸੀ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਵਿੱਚ ਟਿਕਿਆ ਹੋਇਆ ਸੀ। ਪੁੰਨ ਜੋ ਉਪਜੀ ਉਰ ਬੀਚ ਵਿਚਾਰ ਸੋ ਕਿੰਕਰ ਕੇ ਭ੍ਰਮ ਜਾਸ ਬਿਗੋਏ। ਉਹਨਾਂ ਦੇ ਮਨ ਵਿੱਚ ਜਦੋਂ ਗੁਰੂ ਮਹਾਰਾਜ ਧਿਆਨ ਵਿੱਚ ਬੈਠੇ ਹੋਏ ਸਨ ਤਾਂ ਗੁਰੂ ਅੰਗਦ ਮਹਾਰਾਜ ਜੀ ਦੇ ਮਨ 'ਚ ਵਿਚਾਰ ਹੋਇਆ ਸੋ ਕਿੰਕਰ ਕਿ ਉਹਨਾਂ ਨੇ ਤਾਂ ਕਈ ਲੋਕਾਂ ਦੇ, ਕਈ ਆਪਣੇ ਦਾਸਾਂ ਦੇ ਭ੍ਰਮ ਜਾਸ ਬਿਗੋਏ, ਕਿ ਉਹਨਾਂ ਦੇ ਭ੍ਰਮ ਦੂਰ ਕੀਤੇ ਹੋਣਗੇ। ਭ੍ਰਮ ਮਤਲਬ ਜਿਹੜੀਆਂ ਮਨ ਦੀਆਂ ਮਾੜੀਆਂ ਵਿਚਾਰਾਂ ਹਨ, ਜਿਹੜਾ ਮਨ ਜਿਹੜਾ ਟਿਕਦਾ ਨਹੀਂ ਹੈਗਾ। ਕਹਿੰਦੇ ਉਹ ਸਾਰੇ ਜਿਹੜੇ ਭ੍ਰਮ ਹਨ ਕਈ ਸਿੱਖਾਂ ਦੇ ਦੂਰ ਕੀਤੇ ਹੋਣਗੇ। ਇਹ ਗੁਰੂ ਸਾਹਿਬ ਜੀ ਮਨ ਦਾ ਵਿਚਾਰ ਕਰ ਰਹੇ ਹਨ। ਜਦੋਂ ਸਮਾਧੀ ਵਿੱਚ ਬੈਠੇ ਹੋਏ ਹਨ ਤਾਂ ਉਹਨਾਂ ਦੇ ਮਨ 'ਚ ਵਿਚਾਰ ਆ ਰਿਹਾ, ਪਰਮੇਸ਼ਰ ਸ੍ਰੀ ਗੁਰੂ ਨਾਨਕ ਸੋ ਜਿਨ ਭੇਦ ਨਾ ਮਦ ਤਰੰਗੈ ਤੋਏ। ਕਹਿੰਦੇ ਜਿਸ ਤਰ੍ਹਾਂ ਕਿ ਪਰਮੇਸ਼ਰ ਤੇ ਗੁਰੂ ਨਾਨਕ ਮਹਾਰਾਜ ਵਿੱਚ ਕੋਈ ਭੇਦ ਨਹੀਂ। ਤੇ ਉਦਾਹਰਨ ਕੀ ਦਿੱਤੀ ਹੈ? ਪਾਣੀ ਤੇ ਤਰੰਗ ਦੀ। ਜਿਵੇਂ ਕਹਿੰਦੇ ਪਾਣੀ ਤੇ ਪਾਣੀ ਦੀ ਤਰੰਗ ਕੀ ਹੁੰਦੀ ਹੈ? ਜਦੋਂ ਆਪਾਂ ਪਾਣੀ ਦੇ ਵਿੱਚ ਕੋਈ ਵੱਟਾ ਸੁੱਟਦੇ ਹਾਂ, ਕੋਈ ਰੋੜੀ ਮਾਰਦੇ ਹਾਂ ਨਾ, ਤੇ ਉਹਦੇ ਵਿੱਚ ਪਾਣੀ ਦੀਆਂ ਲਹਿਰਾਂ ਜੀਆਂ ਬਣਦੀਆਂ ਨੇ, ਤਰੰਗਾਂ ਜੀਆਂ ਬਣਦੀਆਂ ਨੇ, ਪਰ ਉਹ ਪਾਣੀ ਤੋਂ ਵੱਖਰੀਆਂ ਨਹੀਂ ਹੁੰਦੀਆਂ। ਜਦੋਂ ਤਰੰਗਾਂ ਖਤਮ ਹੋਣਗੀਆਂ ਫਿਰ ਪਾਣੀ ਵਿੱਚ ਸਮਾ ਜਾਂਦੀਆਂ। ਸ਼ੁਰੂ ਵਿੱਚ ਤਾਂ ਲੱਗਦਾ ਹੈ ਕਿ ਤਰੰਗਾਂ ਪਾਣੀ ਨਾਲ ਵੱਖਰੀਆਂ ਨੇ, ਪਰ ਉਹ ਪਾਣੀ ਵਿੱਚ ਹੀ ਸਮਾ ਜਾਂਦੀਆਂ। ਇਸੇ ਤਰ੍ਹਾਂ ਕਹਿੰਦੇ ਕਿ ਗੁਰੂ ਨਾਨਕ ਮਹਾਰਾਜ ਵਿੱਚ ਤੇ ਪਰਮਾਤਮਾ ਦੇ ਵਿੱਚ ਕਿਸੇ ਤਰ੍ਹਾਂ ਦਾ ਭੇਦ ਨਹੀਂ ਹੈਗਾ। ਜਿਵੇਂ ਪਾਣੀ ਤੇ ਪਾਣੀ ਦੀਆਂ ਲਹਿਰਾਂ ਵਿੱਚ ਕੋਈ ਅੰਤਰ ਨਹੀਂ ਹੁੰਦਾ। ਸਵਈਆ ਚਿਤ ਪ੍ਰੀਤ ਕੀ ਰੀਤ ਚਿਤੈ ਨਿਤ ਹੀ ਭਵ ਮੈਂ ਭਵ ਸ੍ਰੀ ਗੁਰ ਕੋ ਬਿਦ ਲੀਨੋ। ਕਹਿੰਦੇ ਕਿ ਚਿੱਤ ਦੇ ਵਿੱਚ ਪ੍ਰੀਤ ਹੈ। ਚਿੱਤ ਮਤਲਬ ਮਨ ਦੇ ਵਿੱਚ ਗੁਰੂ ਪ੍ਰਤੀ ਪ੍ਰੀਤ ਹੈ। ਗੁਰੂ ਦੀ ਪ੍ਰੀਤ ਦੀ ਰੀਤ ਹੈ ਕਿੱਥੇ ਹੈ? ਦਿਲ ਦੇ ਵਿੱਚ। ਤੇ ਗੁਰੂ ਦੀ ਪ੍ਰੀਤ ਦੇ ਵਿੱਚ ਇੱਕ ਵਿਚਾਰ ਆਇਆ, ਭਾਵ ਦਾ ਮਤਲਬ ਹੁੰਦਾ ਸੰਸਾਰ ਰੂਪੀ ਜਿਹੜਾ ਸਾਗਰ ਹੈ। ਇਹ ਸਾਰਾ ਸੰਸਾਰ ਜਿਹੜਾ ਆਪਾਂ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ, ਕਈ ਵਾਰ ਭਵ ਸਾਗਰ ਮਹਾਰਾਜ ਕਹਿੰਦੇ ਨੇ। ਕਹਿੰਦੇ ਭਵ ਦਾ ਅਰਥ ਸੰਸਾਰ ਮੈਂ ਭਵ ਦੋ ਵਾਰੀ ਵਰਤਿਆ। ਇੱਕ ਭਵ ਦਾ ਅਰਥ ਹੈ ਸੰਸਾਰ, ਦੂਸਰੇ ਭਵ ਦਾ ਅਰਥ ਹੈ ਜਨਮ ਲੈਣਾ। ਕਹਿੰਦੇ ਇਹ ਮਨ ਦੇ ਵਿੱਚ ਪ੍ਰੀਤ ਦੇ ਨਾਲ ਇੱਕ ਖਿਆਲ ਪੈਦਾ ਹੋਇਆ ਕਿ ਜਿਹੜੇ ਗੁਰੂ ਨਾਨਕ ਮਹਾਰਾਜ ਜੀ ਹਨ
उन्होंने ये संसार रूपी जिहड़ी संसार रूपी सागर है इत्थे किहड़े तरीके नाल जन्म लिया। की लोड़ पै गई परमात्मा नूं कि गुरु नानक महाराज के रूप विच उन्हां नूं इस धरती ते जन्म लेना पिया। पुन बाल जुआ के बिलास जिऊ इतिहास खै सिख कौन प्रबीनो। उन्होंने मन च फिर विचार आया कि उन्होंने इस धरती ते जन्म लिया। फिर इस तो बाद कहते जन्म लैन तो बाद फिर वो बाल जी उन्होंने बाल अवस्था सी बचपन सी जुआ फिर जवान होए कि उन्होंने बालपन के बचपन दियाँ ते उन्होंने जी जवानी दियाँ घटनावां हैं जे वो इतिहास कहे सिख कौन प्रबीनो। कहते उन्होंने जीवन के बचपन ते उस तो बाद जवानी दियाँ कोई घटनावां जानने वाला सिख तो होना चाहिए ना। जिस तरह के कई बजुर्ग होंदे ने ते आपां कई बार पुछना होवे किसी बजुर्ग के बारे है ना दूसरे बजुर्ग बारे तो आप कहने भाई कोई तो बंदा इत्थे होना चाहिए पिंड च जिहड़ा सारियां कहानियां जानदा होवे पिंड दियां जां उस बजुर्ग की सारी लाइफ बारे जानदा होवे। गुरु अंगद देव महाराज जी के भी मन च विचार आया कि कोई तो गुरु का सिख होना चाहिए इस धरती ते कि जिहड़ा गुरु नानक महाराज जी के बचपन बारे भी जानता होवे ते बचपन तो बाद उन्होंने जवानी दे विच किदां दा जीवन सी वो की करते सन जां किस तरह गुरसिखां दा भला किया भगती किवें करते सन इहो जिहियां गल्लां दस्सण वाला कोई तो गुरसिख होना चाहिए। सब देश विदेशन को रटनो कहते गुरु नानक महाराज जी ने देशों विदेशों का रटन किया यात्रावां कीतियां सन अपना देश भी घूमिया फिर अपने देश तो बाहर श्रीलंका तिब्बत चीन इधर अफगानिस्तान ईरान ये सारे देशों को घूमिया। सब देश विदेशन को रटनो तो कोई अजिहा बंदा भी होएगा जिहड़ा ये जानता होएगा कि गुरु महाराज ने किहड़े किहड़े देश के विदेशों में यात्रा की। कटनो कुटलिंग बड़ दंब जो कीनो ते उन्होंने कटनो होंदा कट देना कुटलिंग होंदा पक्के दम बड़ दंब पखंड कहते लोगों ने जिहड़े पखंड फैल चुके सन उस समय जिहड़े लोग पखंड करते सन जां कर्मकांड करते सन उन्होंने भी तो नाश किया महाराज ने ते वो घटनावां भी तो कोई जानता होएगा ना कि किस तरह महाराज ने उन्होंने लोगों के पखंडा नूं खत्म किया। चित्त चिंतत देत अचिंतता जो बैस कंत गुर रस पीनो कहते कि गुरु महाराज ने कई लोगों दी चिंतावां नूं दूर किया क्योंकि महाराज आप अचिंत सन। अचिंत मतलब जिन्होंने कोई चिंता नहीं होती क्योंकि परमात्म रूप हैं उन्होंने मन में किसी तरह का डर फिक्र जिस तरह के डर अपने मन च होंदे ने अपने मन च कई तरह के फिक्र होंदे ने। कई बार नौकरी का डर होंदा है कई बार गृहस्थी का फिक्र होंदा भी आ खर्चा कितों पूरा करांगे घर का जिहड़ा काज रुक गया है काज किवें करांगे जां फिर लोगों दी कई गल्लां बातां होंदियां जिहदे करके चिंता मन च लगी रहिंदी है। फिर नौकरी दे कोई ना कोई गलबात होंदी है काम जिथे करने आ उत्थों दी चिंतावां ने। फिर आने वाले समय बच्चों का फ्यूचर कि बच्चों का फ्यूचर किवें दा होएगा भविख किवें होएगा नौकरी की करनगे पढ़ाई लिखाई किदां अपने मन च चिंतावां ने। ते महाराज कहते पर गुरु अचिंत गुरु के मन में किसी तरह की चिंता नहीं होंदी। कहते जिहड़ा गुरु हमेशा एकांत विच गुरु दे परमात्मा दे नाम विच भिजिया रहिंदा है ते ओह जिहड़ा गुरु है ऐसे नाम विच भिजिया होया गुरु सारियां दी चिंतावां नूं दूर करदा है सारियां दियां मन दियां परेशानियां नूं दूर करदा है। दोहरा श्री गुर बर सरबग उरडार हर हर जुर तीन कहते श्री गुर जिहड़े श्री गुरु नानक महाराज जी हैं ना सरबग सरबग का होंदा है सारियां दे दिलों दियां जानन वाले कहते वो सरबग ने साडे दिलों दियां सारियां गल्लां जानदे ने। उर होंदा है हिरदा दिल डर डर मतलब साडे दिल विच कोई ना कोई डर होएगा। हर होंदा खत्म कर देना। और जुर तीन तरह दियां जिहड़े ताप हैं आदि व्याधि उपाधि तीन तरह दियां प्रॉब्लम साड़ियां शरीरक परेशानियां कोई ना कोई शरीर में बीमारी रहती है मानसिक बीमारियां हैं तो उस तो बाद अध्यात्मिक तौर पर आत्मिक तौर पर कई रोग हैं। कहते कि गुरु नानक महाराज जी अजिहे सरबग हैं अजिहे अंतरजामी ताकतां दे मालक हैं जो साडे डर नूं भी खत्म करते हैं ते नाल दे नाल साडे तीन तरह के रोगां नूं भी खत्म कर दिंदे हैं। पढ़ै सुनै सिख होए गत हृदय मनोरथ कीन कहते जेड़ा गुरु के इतिहास नूं पढ़ेगा जिहड़ा कहते भाई संतोख सिंह जी मैं इतिहास लिखण जा रहा ना
ਜਿਹੜਾ ਜਿਹੜਾ ਗੁਰੂ ਦੇ ਇਤਿਹਾਸ ਨੂੰ ਪੜ੍ਹੇਗਾ, ਜੇ ਮਤਲਬ ਕੋਈ ਪੜ੍ਹ ਨਹੀਂ ਸਕਦਾ, ਸੁਣੇਗਾ, ਪੜ੍ਹਾ ਹੈ ਸੁਣਾ ਹੈ, ਸਿੱਖ ਹੋਏਗਾ ਤਾਂ ਕਹਿੰਦੇ ਉਹਦੀ ਗਤੀ ਹੋਏਗੀ। ਇਹ ਨਹੀਂ ਕਿ ਬੰਦਾ ਟਿਕਾ 'ਚ ਟਿਕਿਆ ਰਹੇਗਾ। ਗਤੀ ਮਤਲਬ ਆਤਮਿਕ ਤੌਰ ਤੇ ਜਾਗੇਗਾ, ਉਹ ਆਤਮਿਕ ਤੌਰ ਤੇ ਉਹਦੇ ਮਨ ਦੇ ਵਿੱਚ ਠਹਿਰਾਅ ਆਉਣਾ ਸ਼ੁਰੂ ਹੋ ਜਾਏਗਾ। ਜਿਹੜੀਆਂ ਮਨ ਦੀਆਂ ਭਟਕਣਾ ਨੇ ਨਾ, ਜਿਹੜੀਆਂ ਮਨ ਭਟਕਦਾ, ਕਦੀ ਇੱਧਰ ਭਟਕਦਾ, ਕਦੀ ਉੱਧਰ ਭਟਕਦਾ, ਉਹ ਸਾਰੀਆਂ ਭਟਕਣਾ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਦੋਂ ਕੋਈ ਗੁਰੂ ਦੇ ਇਤਿਹਾਸ ਨੂੰ ਪੜ੍ਹੇਗਾ। ਜੇ ਪੜ੍ਹ ਨਹੀਂ ਸਕਦਾ, ਸੁਣੇਗਾ। ਹਿਰਦੇ ਮਨੋਰਥ ਕੀ, ਤੇ ਜੇਕਰ ਕਹਿੰਦੇ ਕਿਸੇ ਦੇ ਹਿਰਦੇ ਵਿੱਚ, ਕਿਸੇ ਦਿਲ ਵਿੱਚ ਕੋਈ ਮਨੋਰਥ ਹੈ ਨਾ, ਤੇ ਉਹ ਮਨੋਰਥ ਵੀ ਪੂਰਾ ਹੋ ਜਾਏਗਾ। ਇਸ ਕਰਕੇ ਇਹ ਗੁਰ ਇਤਿਹਾਸ ਜਿਹੜਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੋਇਆ, ਆਪਾਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਇਸ ਨੂੰ ਵਿਚਾਰਾਂਗੇ। ਤੇ ਹਜੇ ਤਾਂ ਇਹ ਵਿਚਾਰ ਚੱਲ ਰਹੀ ਹੈ ਗੁਰੂ ਅੰਗਦ ਮਹਾਰਾਜ ਜੀ ਦੇ ਮਨ ਵਿੱਚ ਕਿ ਕੋਈ ਗੁਰਸਿੱਖ ਹੋਵੇ, ਫਿਰ ਭਾਈ ਬਾਲਾ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਏਗੀ, ਫਿਰ ਭਾਈ ਬਾਲਾ ਜੀ ਗੁਰੂ ਦੇ ਸਾਰੀਆਂ ਸਾਖੀਆਂ ਗੁਰ ਇਤਿਹਾਸ ਨੂੰ ਸ਼ਰਵਣ ਕਰਾਉਣਗੇ। ਤੇ ਆਪਾਂ ਕੋਸ਼ਿਸ਼ ਕਰਨੀ ਹੈ 15-20 ਦਿਨ 6 ਵਜੇ ਤੋਂ ਲੈ ਕੇ 6:40 ਤੱਕ ਇਸ ਗੁਰ ਇਤਿਹਾਸ ਨੂੰ ਸ਼ਰਵਣ ਕਰਾਂਗੇ। 2 ਮਿੰਟ ਵਾਹਿਗੁਰੂ ਦਾ ਸਿਮਰਨ ਕਰਕੇ ਫਤਿਹ ਨਾਲ ਸੰਗਤ ਕੀਤੀ।